ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਉੱਤੇ ਜੋ ਵਿਚਾਰ ਲੜੀ ਸਾਡੀ ਚੱਲ ਰਹੀ ਹੈ, ਉਸ ਨੂੰ ਅੱਜ ਅੱਗੇ ਤੋਰਦੇ ਹਾਂ। ਮੈਂ ਕਈ ਵਾਰੀ ਕਹਿ ਚੁੱਕਾ ਹਾਂ ਕਿ ਜਿਹੜੀ ਜ਼ਹਿਰ ਹੁੰਦੀ ਹੈ ਉਹ ਬਹੁਤ ਜ਼ਿਆਦਾ ਨਹੀਂ ਹੁੰਦੀ, ਬਹੁਤ ਥੋੜ੍ਹੀ ਮਾਤਰਾ ਵਿੱਚ ਹੁੰਦੀ ਹੈ, ਪਰ ਉਹ ਥੋੜ੍ਹੀ ਮਾਤਰਾ ਵਿੱਚ ਜ਼ਹਿਰ ਹੀ ਬੰਦੇ ਨੂੰ ਮਾਰ ਦਿੰਦੀ ਹੈ। ਹੋਰ ਭਾਵੇਂ ਸਭ ਕੁਝ ਚੰਗਾ ਹੋਵੇ, ਪਰ ਇੱਕ ਚੁਟਕੀ ਜ਼ਹਿਰ ਦੀ ਬਹੁਤ ਹੁੰਦੀ ਹੈ। ਅੱਜ ਦੀ ਇਸ ਵਿਚਾਰ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਇਹ ਲਿਖਾਰੀ ਸਾਨੂੰ ਨਕੰਮੇ ਬਣਾ ਰਿਹਾ। ਇਸ ਵਿਚਾਰ ਵਿੱਚ ਅਜਿਹਾ ਇੱਕ ਫਾਰਮੂਲਾ ਇਸ ਲਿਖਾਰੀ ਨੇ ਦਿੱਤਾ, ਉਸ ਨੂੰ ਅਗਰ ਕੋਈ ਬੰਦਾ ਅਪਣਾ ਲਏਗਾ ਤਾਂ ਉਹ ਜ਼ਿੰਦਗੀ ਵਿੱਚ ਕਦੀ ਕੋਈ ਗਲਤੀ ਨਹੀਂ ਕਰੇਗਾ। ਤੁਸੀਂ ਬੜੇ ਖੁਸ਼ ਹੋਵੋਗੇ ਕਿ ਬੰਦਾ ਇਹੀ ਤਾਂ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਉਹ ਕਦੀ ਕੋਈ ਗਲਤੀ ਨਾ ਕਰੇ। ਅਗਰ ਅਜਿਹਾ ਕੋਈ ਫਾਰਮੂਲਾ, ਅਜਿਹਾ ਕੋਈ ਤਰੀਕਾ ਹੈ ਜਿਸ ਨੂੰ ਕਰਨ ਸਦਕਾ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਗਲਤੀ ਨਾ ਕਰੀਏ ਤਾਂ ਚੰਗੀ ਗੱਲ ਹੈ, ਪਰ ਪੂਰੀ ਗੱਲ ਨੂੰ ਸੁਣ ਲੈਣਾ ਤਾਂ ਕੋਈ ਫੈਸਲਾ ਕਰਨਾ। ਜਦੋਂ ਇਸ ਲਿਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਸ਼ੂ ਚਾਰਨ ਵਿੱਚ, ਗਾਈਆਂ ਮੱਝਾਂ ਚਾਰਨ ਵਿੱਚ ਵੀ ਫੇਲ ਕਰ ਦਿੱਤਾ ਕਿ ਲੋਕਾਂ ਦੇ ਖੇਤ ਉਜਾੜ ਕੇ ਆਪ ਦਰਖਤ ਥੱਲੇ ਸੌਂ ਜਾਂਦੇ ਸਨ, ਪਸ਼ੂਆਂ ਨੂੰ ਲੋਕਾਂ ਦੇ ਖੇਤਾਂ ਵਿੱਚ ਵਾੜ ਦਿੰਦੇ ਸਨ। ਫਿਰ ਖੇਤੀ ਦੇ ਸਬਜੈਕਟ ਵਿੱਚ ਵੀ ਫੇਲ ਕੀਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਖੇਤੀ ਦੀ ਰਾਖੀ ਲਈ ਜਾਂਦੇ ਸਨ ਤਾਂ ਲੋਕਾਂ ਦੇ ਪਸ਼ੂ ਇਹਨਾਂ ਦੀ ਖੇਤੀ ਚਰ ਜਾਂਦੇ ਸਨ ਔਰ ਗੁਰੂ ਨਾਨਕ ਪਾਤਸ਼ਾਹ ਦਰਖਤ ਥੱਲੇ ਸੌਂ ਜਾਂਦੇ ਸਨ। ਥੱਕ ਕੇ ਮਹਿਤਾ ਕਾਲੂ ਨੇ ਇਹਨਾਂ ਨੂੰ ਕਿਹਾ ਕਿ ਚਲੋ ਇਹ ਸਾਰੇ ਕੰਮ ਛੱਡੋ, ਹੁਣ ਤੁਸੀਂ ਸਿਆਣੇ ਹੋ ਗਏ ਤਾਂ ਤੁਸੀਂ ਕੋਈ ਵਪਾਰ ਕਰੋ, ਕੋਈ ਸੌਦਾ ਲਿਆ ਕੇ ਅੱਗੇ ਮੁਨਾਫੇ 'ਤੇ ਵੇਚੋ। ਉਹਨਾਂ ਨੇ ਜੋ 20 ਰੁਪਏ ਦਿੱਤੇ ਲਿਖੀ ਸਾਖੀ ਅਨੁਸਾਰ, ਉਹ ਵੀ ਸਾਡੇ ਸਤਿਗੁਰੂ ਬਰਬਾਦ ਕਰਕੇ ਆ ਗਏ। ਇੱਥੋਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਜਦੋਂ ਇੰਨਾ ਕੁਝ ਹੋ ਗਿਆ ਤੇ ਪਿਤਾ ਜੀ ਨੇ ਡਾਂਟਿਆ ਵੀ। ਹੁਣ ਇਹਨਾਂ ਦੀ ਮਾਤਾ ਤ੍ਰਿਪਤਾ, ਗੁਰੂ ਨਾਨਕ ਪਾਤਸ਼ਾਹ ਦੀ ਮਾਤਾ ਤ੍ਰਿਪਤਾ, ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਸਲਾਹ ਦੇ ਰਹੇ। ਇੱਕ ਗੱਲ ਮੈਂ ਦੱਸ ਦੇਵਾਂ, ਜੋ ਕੁਝ ਇਸ ਗ੍ਰੰਥ ਵਿੱਚ ਲਿਖਿਆ ਹੋਇਆ, ਇਹ ਸਾਰੀਆਂ ਘਟਨਾਵਾਂ ਤੋਂ 300-350 ਸਾਲ ਬਾਅਦ ਵਿੱਚ ਇਸ ਲਿਖਾਰੀ ਨੇ ਲਿਖਿਆ, ਕਵੀ ਸੰਤੋਖ ਸਿੰਘ ਨੇ। ਔਰ ਇਸ ਸਭ ਕੁਝ ਵਿੱਚ ਉਹ ਕੋਈ ਵੀ ਪ੍ਰਮਾਣ ਨਹੀਂ ਦੇ ਪਾ ਰਿਹਾ। ਉਹ ਇਹ ਕਹਿੰਦਾ ਹੈ ਕਿ ਜਿਸ ਗ੍ਰੰਥ ਤੋਂ ਉਸਨੇ ਲਿਖਿਆ ਸੀ, ਉਸ ਗ੍ਰੰਥ ਨੂੰ ਪਾੜ ਕੇ ਦਰਿਆ ਬਿਆਸ ਵਿੱਚ ਰੋੜ ਦਿੱਤਾ ਗਿਆ ਸੀ। ਭਾਵ ਇਸ ਲਿਖੇ ਦੀ, ਕਵੀ ਸੰਤੋਖ ਦੇ ਲਿਖੇ ਸੂਰਜ ਪ੍ਰਕਾਸ਼ ਦੀ ਪ੍ਰਮਾਣਿਕਤਾ ਨੂੰ ਅਗਰ ਚੈੱਕ ਕਰਨਾ ਹੋਵੇ ਕਿ ਇਹ ਸਹੀ ਹੈ ਜਾਂ ਗਲਤ ਹੈ, ਸਾਡੇ ਕੋਲ ਕੋਈ ਐਸਾ ਦਸਤਾਵੇਜ਼ ਨਹੀਂ ਹੈ। ਅਤੇ ਸਾਨੂੰ ਇਹ ਮੰਨਣਾ ਪਏਗਾ ਕਿ ਇਹ ਸਭ ਕੁਝ ਕਵੀ ਸੰਤੋਖ ਸਿੰਘ ਦੇ ਮਨ ਦੀ ਉਪਜ ਹੈ, ਕਿਉਂਕਿ ਸਭ ਕੁਝ ਕਵੀ ਸੰਤੋਖ ਸਿੰਘ ਨੇ ਲਿਖਿਆ। ਇਸ ਕਰਕੇ ਉਹ ਭਾਵੇਂ ਮਹਿਤਾ ਕਾਲੂ ਦੇ ਬਚਨ ਹੋਣ, ਭਾਵੇਂ ਮਾਤਾ ਤ੍ਰਿਪਤਾ ਦੇ ਬਚਨ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੋਣ, ਇਹਨਾਂ ਸਾਰਿਆਂ ਦੇ ਵਿੱਚ ਸੋਚ ਇਸ ਕਵੀ ਦੀ ਹੈ, ਕਿਉਂਕਿ ਅਜਿਹਾ ਕਿਸੇ ਨੂੰ ਕੁਝ ਬੋਲਿਆ ਹੀ ਨਹੀਂ। ਸਾਰੇ ਪਾਤਰ ਇਸ ਨੇ ਘੜੇ ਹਨ। ਉਹ ਸਾਰੀ ਕਹਾਣੀ ਇਸ ਕਵੀ ਸੰਤੋਖ ਸਿੰਘ ਦੀ ਹੈ। ਆਓ ਅਸੀਂ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ, ਦੁਹਰਾਉਂਦੇ ਹਾਂ, ਜਿਹੜੇ ਮਾਤਾ ਤ੍ਰਿਪਤਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਹੇ। ਕੀ ਸਲਾਹ ਦੇ ਰਹੇ ਨੇ, ਮੈਂ ਉਸ ਦੀ ਕਵੀ ਸੰਤੋਖ ਸਿੰਘ ਦੀ ਸ਼ਬਦਾਵਲੀ ਵਿੱਚੋਂ ਹੀ ਤੁਹਾਨੂੰ ਦੱਸਾਂਗਾ।
ये है इस ग्रंथ के 169 ते 70 पन्ने ते। जे ना करोगे को व्यवहारा, न बिगड़े कुछ होए न रारा, सदन दीन सुख सर्व विदाता, बैठे सदा रहो रंग राता। माता तृप्ता जी कह रहे ने जे तुसी कोई काम ना करोगे ਤਾਂ ਤੁਹਾਡੇ ਪਾਸੋਂ ਕੁਝ ਵਿਗੜੇਗਾ ਵੀ ਨਹੀਂ ਤੇ ਕੋਈ ਝਗੜਾ ਵੀ ਖੜਾ ਨਹੀਂ ਹੋਵੇਗਾ। ਘਰ ਵਿੱਚ ਪ੍ਰਭੂ ਨੇ ਸਭ ਪ੍ਰਕਾਰ ਦੇ ਸੁੱਖ ਆਨੰਦ ਦਿੱਤੇ ਹਨ। ਸਦਾ ਹੀ ਆਪਣੇ ਰੰਗ ਵਿੱਚ ਰੱਤੇ ਬੈਠੇ ਰਹੋ। ਲਓ ਹੁਣ ਸਾਰੇ ਬੰਦੇ ਆਪਣੇ ਆਪਣੇ ਦਿਮਾਗ ਵਿੱਚ ਸੋਚਣਾ ਕਿ ਤੁਸੀਂ ਆਪ ਖੁਦ ਜਾਂ ਤੁਹਾਡੇ ਪਰਿਵਾਰ ਦਾ ਕੋਈ ਬੱਚਾ अगर इस नसीहत नूं मन के जीवन चलाउणा शुरू कर देवे, जां समाज का कोई भी जीव इस नसीहत नूं, कवि की नसीहत नूं मन लवे कि भाई ना कोई काम करांगे तो ना कोई बिगाड़ होएगा, जे काम करांगे तो तां ही गलती होएगी ना असी गड्डी चलावांगे ना एक्सीडेंट होएगा, ना असी खाना बनावांगे ना लूण ज़्यादा मिर्च ज़्यादा होएगी घट होएगी। भाव असी कुछ नहीं करांगे तो साढ़े ते दोष कोई नहीं आएगा। कि यही साडा जीवन अजिहा होना चाहिए कि अजिहे नुकते सानू इतिहास विच जिन्हां नूं इतिहासक सोमे कह रहे हाँ उन्हां विचों अजिहे असी लैके जो तत्थ अपने जीवन नूं जी सकते हाँ। मैनूं अपने जीवन काल की एक घटना याद आ गई। हवाई जहाज़ विच काम करदे सन, नवा नवा हवाई जहाज़ आया सी। साडे किसी बंदे कोलों बहुत वड्डी कुताही हो गई। कुताही अजिही कि पायलट की जान जा सकती सी। खैर समय सिर वो फड़ी गई, पर उस बंदे की शिकायत अगे हायर अफसर दे कोल हो गई। असी सोच रहे सी कि हुण ये बंदे की शामत आई है, हुण इस बंदे का हो सकता कोर्ट मार्शल हो जाए क्योंकि गलती बहुत वड्डी सी। कुदरती वो अफसर चलदा फिरदा वो साडे कोल उत्थे ही आ गया क्योंकि उसनूं किसी ने दस दिता कि आ गलती हुई है। उसने आके सानू 5-10 मिनट बहुत सारिया नसीहतां दित्तियां कि भाई तुहाडे हत्थ विच पायलट की जिंदगी है, जे तुसी थोड़ी जी अनगहली करोगे तो हवाई जहाज़ तो जाएगा, पायलट की जान भी जा सकती है। काफ़ी सानू नसीहतां देण तो बाद उसने उस लड़के नूं संबोधन होंदे कहा कि भाई इस गलती नूं पहली ते अखीरी गलती बना, अगे तो तू कोई गलती नहीं करनी। काफ़ी लैक्चर देने तो बाद जो आखिरी शब्द उसने कहे वो अज इत्थे बड़े टुकदे हन। उसने कहा कोई गल नहीं, गलती उही करेगा जिहड़ा काम करेगा। एक तरह नाल उसने उसकी गलती का उसनूं समझाउणी भी कर दिती, नाल उसनूं उत्साह भी बख्शिया कि डीमोरलाइज नहीं होना, तू मन नहीं छड्डना, इवें काम करते रहो पर ध्यान रखना। तो कहण तो भाव जिहड़ा बंदा काम करेगा उही तरक्की करेगा और गलती भी उससे तो होवेगी। पर यह ग्रंथ सानू नकम्मा बना रहा कि भाई किते जांदे हो जथेबंदी विच, किते इकट्ठे होकर 10-20 बंदे जांदे हो, कोई काम नहीं करना क्योंकि जे तुसी काम करोगे तुहाडे तो गलती होएगी, तुहाडी बदनामी होएगी, तुहानू कोई माड़ा कहेगा। ना तुसी कोई काम करो, ना तुहाडे कोलों कोई गलती होवे, ना तुहानू कोई माड़ा कहे। इस तरह के नुकते इसने इस ग्रंथ विच फिट कीते ने। शरारत ये की थी कि इस ग्रंथ नूं ब्रिज भाषा विच लिख दिता कि सानू समझदियां 2 सदियां गुजर चुकियां, हाले तक सानू ये ग्रंथ समझ नहीं आया। और उपरों गल ये हो गई कि साडे जिहड़े प्रचारक सन उन्होंने इस कवि की शरारत नूं दबाउण विच काफ़ी जिहड़ी है वो मदद कीती है। सो अगे असी पढ़ते हैं, होर सुनो। इस ग्रंथ विच उन्हां पात्रां नूं चंगा कहा गया जिन्हां पात्रां ने चंगा रोल नहीं निभाया।
ਔਰ ਜਿਨ੍ਹਾਂ ਨੇ ਚੰਗਾ ਰੋਲ ਨਿਭਾਇਆ ਉਹਨਾਂ ਨੂੰ ਮਾੜਾ ਕਿਹਾ ਗਿਆ। ਉਦਾਹਰਨ ਦੇ ਤੌਰ ਤੇ ਹੁਣ ਪਿਤਾ ਜੀ ਨੇ ਬਹੁਤ ਵੱਡੀ ਰਕਮ ਉਸ ਸਮੇਂ ਦੇ 20 ਰੁਪਏ ਦਿੱਤੇ ਸਨ। ਕੋਈ ਛੋਟੀ ਮੋਟੀ ਰਕਮ ਨਹੀਂ ਸੀ, ਕਿਉਂਕਿ ਸਾਡੀ ਮਾਤਾ ਜੀ ਦੱਸਿਆ ਕਰਦੇ ਸਨ ਕਿ ਉਹਨਾਂ ਦੇ ਜੀਵਨ ਕਾਲ ਭਾਵ ਅੱਜ ਤੋਂ 100 ਸਾਲ ਪਹਿਲਾਂ ਜੋ 1 ਰੁਪਏ ਦਾ ਇੱਕ ਸੇਰ ਪੱਕਾ ਦੇਸੀ ਘਿਓ ਆਉਂਦਾ ਸੀ। 1 ਰੁਪਏ ਦੀ 1 ਮਣ ਕਣਕ ਆ ਜਾਂਦੀ ਸੀ ਅੱਜ ਤੋਂ 100 ਸਾਲ ਪਹਿਲਾਂ। 1 ਰੁਪਏ ਦੀ ਇੰਨੀ ਕੀਮਤ ਸੀ। ਔਰ 25 ਰੁਪਏ ਤੋਲਾ ਸੋਨਾ ਸੀ। ਅੱਜ 50,000 ਨੂੰ ਹੋਏਗਾ, ਉਹ ਵੀ 10 ਗ੍ਰਾਮ ਹੁੰਦਾ, ਉਹ ਵੱਡੇ ਤੋਲੇ ਨਹੀਂ ਹੈ। ਮੈਂ ਕੀ ਕਹਿਣਾ ਕੀ ਚਾਹ ਰਿਹਾ ਕਿ ਉਸ ਸਮੇਂ 20 ਰੁਪਏ, ਅਗਰ ਇਹ ਕਹਾਣੀ ਸੱਚੀ ਹੈ, ਵੈਸੇ ਤਾਂ ਨਕਲੀ ਹੈ, ਸੱਚੀ ਕਹਾਣੀ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਇਹ ਸੱਚੀ ਹੈ ਤਾਂ ਉਹ ਮਹਿਤਾ ਕਾਲੂ ਨੇ ਇੰਨਾ ਧਨ ਕਿੱਥੋਂ ਇਕੱਠਾ ਕੀਤਾ ਕਿ ਉਦੋਂ ਇੰਨਾ ਪੈਸਾ 20 ਰੁਪਏ ਉਸ ਸਮੇਂ ਵਿੱਚ ਬਹੁਤ ਵੱਡੀ ਚੀਜ਼ ਸੀ, ਲੱਖਾਂ ਕਰੋੜਾਂ ਦੇ ਨਾਲ ਦੀ ਸੀ। ਤਾਂ ਹੁਣ ਜਿਹੜਾ ਨੁਕਤਾ ਅਸੀਂ ਲੈਣਾ ਕਿ 20 ਰੁਪਏ ਦਾ ਨੁਕਸਾਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਤੇ ਰਾਏ ਬੁਲਾਰ ਜਿਸ ਨੂੰ ਇਸ ਗ੍ਰੰਥ ਦੇ ਕਰਤਾ ਨੇ ਬਹੁਤ ਮਹਾਨ ਕਰਕੇ ਲਿਖਿਆ, ਉਹ ਕੀ ਕਹਿ ਰਿਹਾ, ਕੁਝ ਸਮਝਾਉਣ ਹੀ ਨਹੀਂ ਕਰ ਰਿਹਾ ਕਿ ਪੁੱਤਰ ਇੰਜ ਨਹੀਂ ਕਰਦੇ, ਬੇਟਾ ਇੰਜ ਨਹੀਂ ਕਰਦੇ, ਸਗੋਂ ਉਸ ਨੂੰ ਹੋਰ ਅਜਿਹੇ ਕੰਮ ਕਰਨ ਲਈ ਉਕਸਾ ਰਿਹਾ। ਉਹ ਆਪਣੇ ਪਟਵਾਰੀ ਨੂੰ ਮਹਿਤਾ ਕਾਲੂ ਨੂੰ ਕਹਿ ਰਿਹਾ, ਫੜ 20 ਰੁਪਏ, ਐਵੇਂ ਇਸ ਨੂੰ ਡਾਂਟਣਾ। ਭਾਵ ਅਗਰ ਕੋਈ ਬੱਚਾ ਗਲਤ ਕੰਮ ਕਰਦਾ ਹੈ, ਉਸ ਨੂੰ ਗਲਤ ਕੰਮ ਕਰਦੇ ਰਹਿਣ ਲਈ ਉਕਸਾਉਣ ਲਈ ਉਹ ਰਾਏ ਬੁਲਾਰ ਕੰਮ ਕਰ ਰਿਹਾ, ਜੇ ਸਹੀ ਸੈਂਸ ਵਿੱਚ ਦੇਖਿਆ ਜਾਵੇ। ਪਰ ਇਸ ਗ੍ਰੰਥ ਦੇ ਕਰਤਾ ਨੇ ਉਸ ਨੂੰ ਬਹੁਤ ਮਹਾਨ ਦੱਸਿਆ। ਸੋ ਅੱਗੇ ਆਪਾਂ ਜਾਣਦੇ ਹਾਂ ਕਿ ਬੇਬੇ ਨਾਨਕੀ ਵੱਡੀ ਭੈਣ ਸੀ, ਉਹਦਾ ਵਿਆਹ ਜੋ ਸੁਲਤਾਨਪੁਰ ਲੋਧੀ ਵਿੱਚ ਭਾਈ ਜ਼ੈ ਰਾਮ ਦੇ ਨਾਲ ਹੋਇਆ ਸੀ। ਹੁਣ ਇੱਕ ਨੁਕਤਾ ਮੈਂ ਹੋਰ ਇੱਥੇ ਵਿਚਾਰਨਾ, ਅੱਜ ਪੰਜਾਬ ਦੇ ਵਿੱਚ ਮੈਜੋਰਟੀ ਅਸੀਂ ਸਿੱਖ ਹਾਂ, ਸਿੱਖ ਧਰਮ ਨੂੰ ਮੰਨਣ ਵਾਲੇ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਹੈ, ਨੰਬਰ 1। ਨੰਬਰ 2, ਆਤਮ ਹੱਤਿਆਵਾਂ ਬਹੁਤ ਹੁੰਦੀਆਂ। ਨੰਬਰ 3, ਪੰਜਾਬ ਵਿੱਚ ਕੋਈ ਨੌਜਵਾਨ ਰਹਿਣਾ ਨਹੀਂ ਚਾਹੁੰਦਾ, ਸਾਰੇ ਲੋਕ ਵਿਦੇਸ਼ਾਂ ਨੂੰ ਭੱਜ ਰਹੇ। ਆਖਿਰ ਕੁਝ ਤੇ ਕਾਰਨ ਹੈ ਨਾ, ਸਾਡੀ ਧਰਤੀ ਤੇ ਬੜੀ ਉਪਜਾਊ ਹੈ, ਅਸੀਂ ਬੜੇ ਮਿਹਨਤੀ ਲੋਕ ਹਾਂ, ਪਰ ਕੁਝ ਐਸਾ ਹੋ ਰਿਹਾ ਹੈ ਜਿਸ ਕਰਕੇ ਅਸੀਂ ਕੰਗਾਲ ਹੋ ਗਏ। ਖੁਦਕੁਸ਼ੀਆਂ ਦਾ ਕਾਰਨ ਕੀ ਹੈ? ਕੰਗਾਲਤਾ। ਨਸ਼ਿਆਂ ਦਾ ਕਾਰਨ ਕੀ ਹੈ? ਕੰਗਾਲਤਾ, ਬੇਰੁਜ਼ਗਾਰੀ। ਬਾਹਰ ਭੱਜਣ ਦਾ ਕਾਰਨ ਕੀ ਹੈ? ਕੋਈ ਕੰਮ ਨਹੀਂ। ਉਹ ਇਸ ਸਭ ਕੁਝ ਦੀ ਜੜ ਕਿੱਥੇ ਹੈ? ਉਹ ਇਸ ਸੂਰਜ ਪ੍ਰਕਾਸ਼ ਨਾਮੀ ਕਿਤਾਬ ਵਿੱਚ ਹੈ। ਤੁਸੀਂ ਕਹੋਗੇ ਯਾਰ ਤੂੰ ਇਸ ਦੇ ਪਿੱਛੇ ਪੈ ਗਿਆ, ਹਰ ਗੱਲ ਨੂੰ ਦੋਸ਼ੀ ਸੂਰਜ ਪ੍ਰਕਾਸ਼ ਗ੍ਰੰਥ ਨੂੰ ਮੰਨੇ ਜਾਂਦਾ। ਸਾਨੂੰ ਪਤਾ ਹੈ ਕਿ ਸਿੱਖ ਧਰਮ ਸਿੰਪਲ ਲਿਵਿੰਗ ਹਾਈ ਥਿੰਕਿੰਗ ਹੈ। ਹਾਂ, ਇਹ ਜੁਦੀ ਗੱਲ ਹੈ, ਤੁਹਾਡੇ ਕੋਲ ਰਿਸੋਰਸਿਸ ਨੇ, ਤੁਹਾਡੇ ਕੋਲ ਪੈਸਾ ਹੈ, ਤੁਸੀਂ ਬੜੇ ਠਾਠ ਨਾਲ ਜ਼ਿੰਦਗੀ ਜੀਓ, ਪਰ ਆਮ ਤੌਰ 'ਤੇ ਸਾਡਾ ਜਿਹੜਾ ਜੀਵਨ ਹੈ ਉਹ ਸਿੰਪਲ ਲਿਵਿੰਗ, ਸਧਾਰਨ ਰਹਿਣਾ ਤੇ ਵੱਡੀ ਸੋਚ ਰੱਖਣ ਵਾਲਾ ਸਿੱਖੀ ਦਾ ਜਿਹੜਾ ਨਜ਼ਰੀਆ ਹੈ। ਪਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕੁਝ ਵੀ ਈਵੈਂਟ ਹੋ ਜਾਏ, ਕੋਈ ਘਟਨਾ ਘਟ ਜਾਏ, ਉੱਥੇ ਸਭ ਤੋਂ ਵੱਡੀ ਗੱਲ ਹੈ ਕਿ ਖਰਚ ਬਹੁਤ ਜ਼ਿਆਦਾ ਕਰਨਾ, ਖਰਚ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਣਾ। ਅੱਜ ਪੰਜਾਬ ਦੇ ਵਿੱਚ ਬੱਚੀਆਂ ਨੂੰ ਜੋ ਹੈ ਦਹੇਜ ਦੇ ਨਾਂ 'ਤੇ ਜਲਾ ਦਿੱਤਾ ਜਾਂਦਾ। ਬਹੁਤ ਸਾਰੇ ਕੇਸ ਹੁੰਦੇ ਆ, ਘਰਾਂ ਦੇ ਘਰ ਤਬਾਹ ਹੋ ਗਏ। ਕਈ ਜਗ੍ਹਾ ਝੂਠੇ ਕੇਸ ਵੀ ਬਣਾਏ ਜਾਂਦੇ ਨੇ ਲੜਕੇ ਵਾਲਿਆਂ ਦੇ, ਪਰ ਆਮ ਤੌਰ 'ਤੇ ਜ਼ਿਆਦਾਤਰ ਜੋ ਹੈ ਇਹ ਦਾਜ ਦਾ ਬਹੁਤ ਜ਼ਿਆਦਾ ਅਜਗਰ ਸੱਪ ਜਿਹੜਾ ਸਾਡੇ ਗਲ ਪਿਆ ਹੋਇਆ। ਮੈਂ ਸੋਚਦਾ ਸੀ ਇਹ ਸਿੱਖੀ ਵਿੱਚ ਕਿੱਥੋਂ ਆ ਗਿਆ? ਸਿੱਖੀ ਤਾਂ ਮੇਲ ਮਿਲਾਪ ਦੀ ਇੱਕ ਜ਼ਰੀਆ ਸੀ, ਇੱਕ ਮਾਰਗ ਸੀ, ਪਰ ਇਹਦੇ ਵਿੱਚ ਇੰਨਾ ਦਾਜ ਦਹੇਜ ਦਾ ਰੌਲਾ ਰੱਪਾ ਕਿੱਥੋਂ ਪੈ ਗਿਆ? ਤਾਂ ਜਦੋਂ ਮੈਂ ਇਹ ਗ੍ਰੰਥ ਪੜ੍ਹਿਆ ਤਾਂ ਮੈਨੂੰ ਇਸ ਬਿਮਾਰੀ ਬਾਰੇ ਪਤਾ ਲੱਗ ਗਿਆ ਕਿ ਇਸ ਦਾਜ ਦਹੇਜ ਵਾਲੀ ਜੜ ਵੀ ਇਸੇ ਵਿੱਚ ਲੱਗੀ ਹੋਈ ਹੈ।
ਹੁਣ ਜਦੋਂ ਬੇਬੇ ਨਾਨਕੀ ਦਾ ਵਿਆਹ ਹੋਇਆ ਭਾਈ ਜ਼ਹਿਰ ਰਾਮ ਦੇ ਨਾਲ, ਤਾਂ ਲਿਖਿਆ ਹੈ ਦੋਹਾਂ ਕੁਲਾਂ ਨੇ ਰੀਤੀ ਅਨੁਸਾਰ ਬਹੁਤ ਦਾਜ ਦਿੱਤਾ। ਸੋਚਣ ਵਾਲੀ ਗੱਲ ਹੈ। ਮਤਲਬ ਇਹ ਗ੍ਰੰਥ ਐਡਾ ਵੱਡਾ ਕਿਉਂ ਬਣਾਇਆ ਇਸਨੇ? ਪਤਾ, ਇਸਨੇ ਸਾਰੀਆਂ ਕੂੜ ਕਹਾਣੀਆਂ, ਮਨਮਤ, ਜ਼ਹਿਰ ਦੇ ਬੀਜ ਸਾਡੇ ਵਿੱਚ ਬੀਜਣੇ ਸਨ। ਜੇ ਉਹ ਜ਼ਹਿਰ ਦੇ ਬੀਜ 2 ਲਾਈਨਾਂ ਲਿਖ ਕੇ ਬੀਜ ਦਿੰਦਾ, ਅਸੀਂ ਇਸ ਨੂੰ ਫੜ ਲੈਣਾ ਸੀ। ਇਸਨੇ ਪਹਿਲਾਂ ਬਹੁਤ ਵੱਡੀਆਂ ਕਹਾਣੀਆਂ ਲਿਖੀਆਂ, ਗੁਰੂ ਸਾਹਿਬ ਦੀ ਬਹੁਤ ਉਸਤਤ ਕਰ ਦਿੱਤੀ, ਔਰ ਕਰਦੇ 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 ਝਕਾਨੀ ਦੇ ਕੇ ਫਿਰ ਜਿਹੜੀ ਇਹਨ ਜ਼ਹਿਰ ਵਿੱਚ ਪਾਉਣੀ ਸੀ, ਚੁਟਕੀ ਜ਼ਹਿਰ ਦੀ ਰਲਾਤੀ। ਹੋਇਆ ਕਿ ਉਹ ਕਹਾਣੀਆਂ ਤੇ ਫਜ਼ੂਲ, ਜਿੱਥੇ ਵਡਿਆਈ ਵੀ ਕੀਤੀ ਨਾ ਗੁਰੂ ਨਾਨਕ ਪਾਤਸ਼ਾਹ ਦੀ, ਸਾਨੂੰ ਦੇਖਣ ਸੁਣਨ ਨੂੰ ਬਹੁਤ ਅੱਛੀ ਲੱਗਦੀ ਹੈ, ਪਰ ਉਸ ਵਡਿਆਈ ਦੇ ਵਿੱਚ ਵੀ ਇਸਨੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਜ਼ਹਿਰ ਦਾ ਟੀਕਾ ਲਾਇਆ। ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਉਹ ਜੋ ਵਾਹਿਦ ਹਸਤੀ ਹੈ, ਉਹ ਕੋਈ ਵਿਅਕਤੀ ਨਹੀਂ, ਉਹ ਸ਼ਕਤੀ ਹੈ, ਉਹ ਇੱਕ ਹੈ, ਉਹ ਜੰਮਦੀ ਮਰਦੀ ਨਹੀਂ, ਭਾਵ ਉਹ ਖਤਮ ਨਹੀਂ ਹੁੰਦੀ। ਜਿਵੇਂ ਐਨਰਜੀ ਜਿਹੜੀ ਹੈ ਉਹ ਕਦੀ ਖਤਮ ਨਹੀਂ ਹੁੰਦੀ, ਉਹ ਇੱਕ ਚੀਜ਼ ਤੋਂ ਦੂਜੀ ਚੀਜ਼ ਵਿੱਚ ਬਦਲ ਜਾਂਦੀ ਹੈ। ਐਨਰਜੀ ਕਦੀ ਖਤਮ ਨਹੀਂ ਹੁੰਦੀ, ਉਹ ਇੱਕ ਟਾਈਪ ਦੀ ਐਨਰਜੀ ਤੋਂ ਦੂਜੀ ਟਾਈਪ ਦੀ ਐਨਰਜੀ ਵਿੱਚ ਬਦਲ ਜਾਂਦੀ ਹੈ। ਉਹ ਸ਼ਕਤੀ ਸਟੇਬਲ ਹੈ, ਪੂਰਨ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਰੱਬੀ ਕਾਨੂੰਨ ਕਹਿ ਲਓ ਜਾਂ ਉਹ ਸ਼ਕਤੀ ਦੇ ਨਿਯਮ ਕਹਿ ਲਓ, ਜਪਜੀ ਸਾਹਿਬ ਵਿੱਚ ਲਿਖ ਦਿੱਤਾ ਸੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਚੱਲਣਾ। ਪਰ ਇਸ ਨੇ ਕੀ ਕਰ ਦਿੱਤਾ? ਗੁਰੂ ਨਾਨਕ ਪਾਤਸ਼ਾਹ ਨੂੰ ਹੁਕਮੀ ਬਣਾ ਦਿੱਤਾ, ਉਸ ਨੂੰ ਰੱਬ ਬਣਾ ਦਿੱਤਾ। ਦੇਖਣ ਸੁਣਨ ਨੂੰ ਚੰਗਾ ਲੱਗਦਾ, ਪਰ ਜੇ ਗੁਰੂ ਨਾਨਕ ਪਾਤਸ਼ਾਹ ਇਹ ਕਹਿ ਰਹੇ ਨੇ ਆਪਣੀ ਬਾਣੀ ਵਿੱਚ ਵੀ ਇੱਦਾਂ ਨਹੀਂ ਹੋ ਸਕਦਾ, ਇਹ ਗਲਤ ਹੈ। ਕੋਈ ਵੀ ਮਾਂ ਦੇ ਪੇਟ ਵਿੱਚੋਂ ਜੰਮਿਆ ਹੋਇਆ ਬੰਦਾ ਪੂਰਨ ਸਦੀਵੀ ਨਹੀਂ ਹੋ ਸਕਦਾ, ਉਹ ਅਕਾਲ ਨਹੀਂ ਹੋ ਸਕਦਾ, ਉਸ ਦਾ ਕਾਲ ਹੋਣਾ ਹੈ, ਉਹ ਅਜੂਨੀ ਨਹੀਂ ਹੋ ਸਕਦਾ, ਉਹਦਾ ਜੂਨ ਵਿੱਚ ਆਇਆ ਹੈ। ਪਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੱਬ ਕਹਿੰਦਾ, ਤੇ ਇਹਦਾ ਮਤਲਬ ਹੋਇਆ ਪੂਰੀ ਗੁਰਬਾਣੀ ਨੂੰ ਇਹ ਮੁੱਢ ਤੋਂ ਰੱਦ ਕਰ ਦਿੰਦਾ। ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਜਿਹੜਾ ਕਨਸੈਪਟ ਸਾਡੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਸੀ, ਇਹ ਕਵੀ ਉਸ ਨੂੰ ਰੱਦ ਕਰ ਦਿੰਦਾ, ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਐਸਾ ਕਦੋਂ ਕਰ ਗਿਆ। ਅੱਗੇ ਇੱਕ ਕਹਾਣੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਅੱਛਾ ਹਰ ਜਗ੍ਹਾ ਇਹ ਲਿਖਿਆ ਹੋਇਆ, ਉਹ ਘਰ ਨਹੀਂ ਬਹਿੰਦੇ ਸਨ, ਕਿਤੇ ਆਏ ਰੋਟੀ ਖਾ ਗਏ। ਜੇ ਉਹ ਤਲਵੰਡੀ ਵਿਖੇ ਰਹੇ ਤਦ ਵੀ ਜੰਗਲ ਨੂੰ ਭੱਜ ਜਾਂਦੇ ਸਨ। ਜੇ ਉਹ ਸੁਲਤਾਨਪੁਰ ਲੋਧੀ ਜਦੋਂ ਮੋਦੀ ਦੀ ਨੌਕਰੀ ਛੱਡ ਦਿੱਤੀ ਤਦ ਵੀ ਜੰਗਲ ਨੂੰ ਭੱਜ ਜਾਂਦੇ ਸਨ। ਜੇ ਗੁਰੂ ਨਾਨਕ ਪਾਤਸ਼ਾਹ ਐਮਨਾਬਾਦ ਵਿੱਚ ਰਹੇ ਭਾਈ ਲਾਲੋ ਦੇ ਕੋਲ, ਉਹ ਵੀ ਸਵੇਰੇ ਨਿਕਲ ਜਾਂਦੇ ਸਨ ਜੰਗਲ ਨੂੰ, ਸ਼ਾਮ ਨੂੰ ਖਾਣੇ ਦੇ ਟਾਈਮ ਆਉਂਦੇ ਸਨ। ਹੈਰਾਨਗੀ ਦੀ ਗੱਲ ਨਹੀਂ ਕਿ ਕਮਾਲ ਹੋ ਗਈ ਯਾਰ, ਗੁਰੂ ਨਾਨਕ ਪਾਤਸ਼ਾਹ ਘਰ ਬੈਠਦੇ ਨਹੀਂ, ਹਮੇਸ਼ਾ ਜੰਗਲ ਨੂੰ ਭੱਜ ਜਾਂਦੇ ਆ। ਕਿਉਂ? ਅਗਰ ਸਾਡਾ ਕਿਸੇ ਦਾ ਬੱਚਾ ਇਵੇਂ ਕਰੇ ਵੀ ਘਰ ਕਿਤੇ ਰੋਟੀ ਖਾ ਗਿਆ ਮੁੜ ਕੇ ਫਿਰ ਭੱਜੇ, ਫਿਰ ਖਾ ਗਿਆ, ਮੰਨ ਲਓ ਕਿਸੇ ਨਾਲ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਕੰਮ ਨਹੀਂ, ਕੋਈ ਧੰਦਾ ਨਹੀਂ, ਜੰਗਲ ਨੂੰ ਭੱਜੇ, ਇਹ ਵਾਰ-ਵਾਰ ਗੁਰੂ ਨਾਨਕ ਪਾਤਸ਼ਾਹ ਨੂੰ ਜੰਗਲ ਨੂੰ ਭਜਾਉਂਦਾ, ਭਗੌੜਾ ਦਿਖਾਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਉਹ ਸਮਾਜ ਦੇ ਵਿੱਚ ਸਾਂਝ ਪਾ ਕੇ ਕੋਈ ਕੰਮ ਕਾਰ ਕਰਨ ਤੋਂ ਅਸਮਰਥ ਸਨ। ਪਰ ਸਿੱਖਾਂ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਇਹ ਸਾਨੂੰ ਨਿਕੰਮਾ ਬਣਾ ਰਿਹਾ, ਸਿੱਖ ਸਮਾਜ ਨੂੰ ਖਤਮ ਕਰਨ ਦੀ ਬੰਨ੍ਹ ਨੂੰ ਬੰਨ੍ਹ ਰਿਹਾ। ਸੋ ਸਾਧ ਆਇਆ ਜੰਗਲ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਕੋਲ ਇੱਕ ਲੋਟਾ ਸੀ, ਇੱਕ ਮੁੰਦਰੀ ਸੀ। ਉਹ ਸਾਧ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਨਾਨਕ ਨਿਰੰਕਾਰੀ।
ਉਹ ਸਾਧ ਕਹਿੰਦਾ ਕਹਿਣ ਨਾਲ ਨਿਰੰਕਾਰੀ ਥੋੜੀ ਹੋ ਜਾਂਦਾ, ਇਹ ਤਾਂ ਦੇਖਣਾ ਪਊ ਤੂੰ ਨਿਰੰਕਾਰੀ ਹੈ ਕਿ ਨਹੀਂ ਹੈ। ਇਹ ਪ੍ਰੂਵ ਕਰਨ ਲਈ, ਇਹ ਸਿੱਧ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਕਿ ਮੈਂ ਨਿਰੰਕਾਰੀ ਹਾਂ, ਇਹਨਾਂ ਨੇ ਆਪਣਾ ਲੋਟਾ ਵੀ ਉਹ ਸਾਧ ਨੂੰ ਦੇ ਦਿੱਤਾ, ਆਪਣੀ ਮੁੰਦਰੀ ਉਤਾਰ ਕੇ ਵੀ ਦੇ ਦਿੱਤੀ। ਜਦੋਂ ਇਹ ਸਭ ਕੁਝ ਦੇ ਦਿੱਤਾ ਤੇ ਉਹ ਸਾਧ ਕਹਿਣ ਲੱਗਾ ਕਿ ਮੈਂ ਮੰਨ ਗਿਆ ਤੂੰ ਨਾਨਕ ਨਿਰੰਕਾਰੀ ਹੈ, ਆ ਆਪਣਾ ਸਮਾਨ ਵਾਪਸ ਲੈ ਲਾ। ਅੱਗੋਂ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਆ, ਮਤਲਬ ਕਵੀ ਲਿਖਦਾ, ਇੱਕ ਵਾਰ ਹੱਥੋਂ ਦਿੱਤੀ ਹੋਈ ਚੀਜ਼ ਕਦੀ ਵਾਪਸ ਨਹੀਂ ਲਈਦੀ। ਹੁਣ ਇਹ ਦੱਸੋ ਮੈਨੂੰ ਕਿ ਭਾਈ ਇਹ ਕਿੱਥੋਂ ਦੀ ਗੁਰਮਤਿ ਹੈ? ਆਪਣਾ ਘਰ ਉਜਾੜ ਦੇਣਾ, ਮਤਲਬ ਹਾਲੇ ਆਪ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਕਮਾਈ ਨਹੀਂ ਕੀਤੀ। ਉਹ ਮੁੰਦਰੀ ਵੀ ਅਗਰ ਪਾਈ ਹੋਏਗੀ ਉਹ ਪਿਤਾ ਮਹਿਤਾ ਕਾਲੂ ਦੀ ਕਮਾਈ ਹੈ, ਉਹ ਲੋਟਾ ਵੀ ਮਹਿਤਾ ਕਾਲੂ ਦੀ ਕਮਾਈ ਦੇ ਵਿੱਚੋਂ ਹੈ। ਵੀ ਯਾਰ ਤੁਹਾਨੂੰ ਕੋਈ ਫੂਕ ਛਕਾ ਦੇ ਬਈ ਤੈਨੂੰ ਤਾਂ ਸੱਚਾ ਸਿੱਖ ਮੰਨੇਗਾ ਜੇ ਆਪਣੀ ਸਾਰੀ ਜ਼ਮੀਨ ਮੇਰੀ ਸੰਸਥਾ ਦੇ ਨਾਂ ਲਵਾ ਦੇ, ਜੇ ਆਪਣਾ ਸਾਰਾ ਘਰ-ਬਾਰ ਮੇਰੇ ਨਾਂ ਲਵਾ ਦੇ, ਫਿਰ ਤੈਨੂੰ ਅਸਲੀ ਸਿੱਖ ਮੰਨੇਗਾ। ਅਸੀਂ ਫੂਕ 'ਚ ਆ ਕੇ ਇਹ ਸਿੱਧ ਕਰਨ ਲਈ ਵੀ ਮੈਂ ਸੱਚਾ ਸਿੱਖ ਹਾਂ, ਆਪਣਾ ਸਭ ਕੁਛ ਝੁੱਗਾ ਚੌੜ ਕਰਾ ਲਈਏ। ਕਿੱਥੋਂ ਦੀ ਅਕਲਮੰਦੀ ਹੈ? ਕਿਹੜੀ ਅਕਲ ਦੀ ਗੱਲ ਇਹਦੇ ਵਿੱਚੋਂ ਮਿਲਦੀ ਹੈ ਕਿ ਘਰੋਂ ਗਏ ਸਾਧ ਨੂੰ ਇਹ ਸਿੱਧ ਕਰਨ ਲਈ ਕਿ ਮੈਂ ਨਾਨਕ ਨਿਰੰਕਾਰੀ ਹਾਂ, ਆਪਣਾ ਲੋਟਾ ਵੀ ਦੇ ਦਿੱਤਾ, ਆਪਣੀ ਮੁੰਦਰੀ ਵੀ ਦੇ ਦਿੱਤੀ। ਬਈ ਇਹੋ ਜਿਹਾ ਕੂੜ ਕਵਾੜ ਇਸ ਸੂਰਜ ਪ੍ਰਕਾਸ਼ ਨਾਮੀ ਗ੍ਰੰਥ ਵਿੱਚ ਲਿਖਿਆ ਹੋਇਆ। ਜੇ ਭਈ ਤੁਹਾਨੂੰ ਇਸ ਵਿੱਚੋਂ ਹੁਲਾਰਾ ਆਉਂਦਾ ਤੇ ਆਪਣੇ ਬੱਚਿਆਂ ਨੂੰ ਦਿਨ ਵਿੱਚ 2-3 ਵਾਰ ਸੁਣਾਇਆ ਕਰੋ, ਤਾਂ ਕਿ ਉਹ ਇਸ ਸਿੱਖਿਆ ਨੂੰ ਦ੍ਰਿੜ ਕਰਕੇ ਆਪਣੇ ਜੀਵਨ ਵਿੱਚ ਢਾਲ ਲੈਣ ਔਰ ਤੁਹਾਡੇ ਘਰ ਦੀ ਬਰਬਾਦੀ ਕਰ ਦੇਣ। ਫਿਰ ਮੈਂ ਮੰਨਾਂਗਾ ਕਿ ਤੁਸੀਂ ਸੱਚਮੁੱਚੀ ਜਕਾਰੇ ਸੱਚੇ ਛੱਡਦੇ ਹੋ, ਨਹੀਂ ਤਾਂ ਤੁਸੀਂ ਉਹ ਮਹਿਤਾ ਕਾਲੂ ਦਾ ਮਜ਼ਾਕ ਉਡਾਉਂਦੇ ਹੋ। ਵੀ ਚੰਗਾ ਹੋਇਆ ਪਟਵਾਰੀ ਦਾ ਘਰ ਉਜਾੜਨ ਨੂੰ ਗੁਰੂ ਨਾਨਕ ਅਜਿਹਾ ਪੈਦਾ ਹੋ ਗਿਆ। ਹਾਲਾਂਕਿ ਸਾਡੇ ਸਤਿਗੁਰੂ ਨਾਨਕ ਨੇ ਅਜਿਹਾ ਕੁਝ ਨਹੀਂ ਕੀਤਾ, ਪਰ ਖਿਆਲ ਕਰਨਾ ਜਿਸ ਚੀਜ਼ ਨੂੰ ਵਾਰ-ਵਾਰ ਯਾਦ ਕਰੋਗੇ ਨਾ ਉਹ ਪਰਿਵਾਰਾਂ ਵਿੱਚ ਭਾਣਾ ਵਰਤ ਜਾਣਾ। ਫਿਰ ਅਸੀਂ ਬਿਲਕਣਾ, ਫਿਰ ਅਸੀਂ ਰੋਣਾ, ਫਿਰ ਅਸੀਂ ਪਿੱਠ ਸਿਆਪਾ ਪਾਉਣਾ। ਪਰ ਕਹਿੰਦੇ ਨਾ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਵੀ ਜੇਕਰ ਅਸੀਂ ਐਸੇ ਇਤਿਹਾਸ, ਐਸੀਆਂ ਗੱਲਾਂ, ਐਸੇ ਗ੍ਰੰਥ ਨੂੰ ਗੁਰਦੁਆਰਿਆਂ ਵਿੱਚ ਰੱਖ ਕੇ ਇਸ ਦੀ ਕਥਾ ਕਰਨੀ ਆ, ਇੱਕ ਦਿਨ ਇਹ ਸਾਡੀ ਆਉਣ ਵਾਲੀ ਪੀੜ੍ਹੀ 'ਤੇ ਇਸ ਦਾ ਅਸਰ ਹੋ ਸਕਦਾ। ਫਿਰ ਹੱਥਾਂ 'ਤੇ ਦੰਦੀਆਂ ਵੱਢਾਂਗੇ, ਮੌਕੇ 'ਤੇ ਵੇਲੇ ਸਿਰ ਆਪਣਾ ਪ੍ਰਬੰਧ ਕਰ ਲਈਏ, ਇਸ ਗ੍ਰੰਥ ਤੋਂ ਛੁਟਕਾਰਾ ਪਾ ਲਈਏ। ਕੁਝ ਵੀ ਚੰਗਾ ਨਹੀਂ, ਕੁਝ ਵੀ ਚੰਗਾ ਹੈ ਨਹੀਂ। ਐਵੇਂ ਸਾਨੂੰ ਭੁਲੇਖਾ ਪਾ ਕੇ ਸਾਡੇ ਪ੍ਰਚਾਰਕ ਗਲਤ ਜੋ ਹੈ ਪ੍ਰਚਾਰ ਕਰਦੇ ਨੇ। ਸੋ ਅੱਜ ਦੀ ਵਿਚਾਰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅੱਗੋਂ ਸਾਡੀ ਵਿਚਾਰ ਹੋਵੇਗੀ ਅਗਲੀ ਵੀਡੀਓ ਵਿੱਚ ਮੋਦੀ ਵਾਲੀ ਨੌਕਰੀ ਜਿਹੜੀ ਸੁਲਤਾਨਪੁਰ ਲੋਧੀ ਵਿੱਚ ਸਾਡੇ ਸਤਿਗੁਰਾਂ ਕੀਤੀ, ਉਸ ਦੀ ਵਿਚਾਰ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ। ਇੱਕ ਬੇਨਤੀ ਜੋ ਮੈਂ ਹਮੇਸ਼ਾ ਕਰਿਆ ਕਰਦਾ, ਇਹ ਖੋਜ ਦਾ ਕੰਮ ਹੈ। ਇਹ ਗੱਲਾਂ ਕੁਛ ਚਟਪਟੀਆਂ ਲੱਗਣਗੀਆਂ, ਤੁਹਾਨੂੰ ਅਲੱਗ ਲੱਗਣਗੀਆਂ। ਸਹਿਜ ਨਾਲ ਸੋਚਣੀਆਂ ਕਿ ਜੋ ਕੁਝ ਮੈਂ ਦੱਸ ਰਿਹਾ ਕਿ ਇਹ ਸਮਾਜਿਕ ਜੀਵਨ ਵਿੱਚ, ਪਰਿਵਾਰਕ ਜੀਵਨ ਵਿੱਚ ਅਸੀਂ ਇਸ ਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ। ਜੇ ਲਿਆ ਸਕਦੇ ਹਾਂ ਤਾਂ ਭਈ ਤੁਹਾਨੂੰ ਮੁਬਾਰਕ ਹੈ ਸੂਰਜ ਪ੍ਰਕਾਸ਼ ਗ੍ਰੰਥ। ਜੇ ਸਾਡੇ ਸਮਾਜਿਕ ਪਰਿਵਾਰਕ ਜੀਵਨ ਵਿੱਚ ਇਸ ਨੂੰ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ, ਫਿਰ ਕਾਹਦੇ ਲਈ ਇਸ ਨੂੰ ਸਿਰ 'ਤੇ ਚੁੱਕਿਆ ਹੋਇਆ? ਇਸ ਨੂੰ ਗੁਰਦੁਆਰਿਆਂ ਵਿੱਚੋਂ ਚੱਕ ਕੇ ਬਾਹਰ ਕਰੋ ਔਰ ਇਸ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਕਹਿ ਦਿਓ ਭਾਈ ਮਾफ़ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਗੱਲ ਕਰਨੀ ਤੇ ਕਰੋ, ਨਹੀਂ ਤਾਂ ਪੱਤਰਾ ਬਾਚੋ, ਅਸੀਂ ਧਰਮ ਦਾ ਪ੍ਰਚਾਰ ਆਪੇ ਕਰ ਲਵਾਂਗੇ। ਤੁਹਾਡੀਆਂ ਕਹਾਣੀਆਂ ਸੁਣਨ ਲਈ ਸਾਡੇ ਕੋਲ ਸਮਾਂ ਨਹੀਂ। ਆਓ ਇੱਥੇ ਸਮਾਪਤੀ ਕਰਦੇ ਹਾਂ। ਬੇਨਤੀ ਉਹੀ ਕਿ ਭਈ ਜੇ ਇਹ ਖੋਜ ਦਾ ਕਾਰਜ ਚੰਗਾ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਪਸੰਦ ਕਰੋ ਤੇ ਘੰਟੀ ਦਾ ਬਟਨ ਵੀ ਦਬਾ ਦਿਓ। ਆਓ ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।